Welcome to the next video. This video is for BA final or BCA final semester 5 students. Arms and the Men summary ਅਸੀਂ ਪਹਿਲਾਂ ਹੀ ਕਰ ਰਹੇ ਸੀ। Act 1 ਦੀ summary ਦੇ ਵਿੱਚੋਂ ਅਸੀਂ ਕਾਫੀ ਪੜ੍ਹ ਲਿਆ ਸੀ ਤੇ ਹੁਣ ਅਸੀਂ next ਜੋ ਪੜ੍ਹਨ ਜਾ ਰਹੇ ਹਾਂ। ਹੁਣ ਤੱਕ ਅਸੀਂ ਪੜ੍ਹਿਆ ਕਿ ਰੈਨਾ ਦੇ ਰੂਮ ਦੇ ਵਿੱਚ ਇੱਕ ਸਟ੍ਰੇਂਜਰ ਹੈ ਜੋ ਕਿ ਇੱਕ ਸਰਬੀਅਨ ਸੋਲਜਰ ਹੈ ਤਾਂ ਰੈਨਾ ਜੋ ਉਸ ਸੋਲਜਰ ਨੂੰ ਬਲਗੇਰੀਅਨ ਸੋਲਜਰਸ ਤੋਂ ਬਚਾ ਲੈਂਦੀ ਹੈ। ਤਾਂ ਨੈਕਸਟ ਵਾਟ ਵਿਲ ਹੈਪਨ ਧਿਆਨ ਨਾਲ ਦੇਖੋ ਬੱਚੇ। ਹੁਣ ਤੱਕ ਜੋ ਕਰੈਕਟਰਸ ਇਹਦੇ ਵਿੱਚ ਇੰਟਰੋਡਿਊਸ ਹੋ ਚੁੱਕੇ ਹੈ ਦੈਟ ਇਜ਼ ਰੈਨਾ ਪੈਟਕੋਫ, ਲੂਕਾ ਜੋ ਮੇਡ ਸਰਵੈਂਟ ਹੈ ਤੇ ਰੈਨਾ ਪੈਟਕੋਫ ਦੀ ਮਦਰ ਕੈਥਰੀਨ ਪੈਟਕੋਫ। ਕਲੀਅਰ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਨੈਕਸਟ ਕੀ ਹੁੰਦਾ ਹੈ ਇਸ ਸੀਨ ਦੇ ਵਿੱਚ। ਐਕਟ 1 The fugitive tells her that he is not any Serb or Austrian। ਤਾਂ ਦੇਖੋ ਬਾਹਰ ਲੜਾਈ ਚੱਲ ਰਹੀ ਸੀ। ਸੀਨ ਦੇ ਵਿੱਚ ਬੈਕਗਰਾਊਂਡ ਦੇ ਵਿੱਚ ਕੀ ਸੀ ਕਿ ਲੜਾਈ ਚੱਲ ਰਹੀ ਹੈ ਤਾਂ ਜੋ ਉਹ ਫਿਊਜੀਟਿਵ ਹੈ ਦੱਸਦਾ ਹੈ ਕਿ ਮੈਂ ਕੋਈ ਸਰਬ ਜਾਂ ਕੋਈ ਆਸਟਰੀਅਨ ਨਹੀਂ ਹਾਂ। ਹੀ ਇਜ਼ ਅ ਪ੍ਰੋਫੈਸ਼ਨਲ ਸੋਲਜਰ ਫਰੋਮ ਸਵਿਟਜ਼ਰਲੈਂਡ। ਫਰੋਮ ਵੇਅਰ ਹੀ ਬਿਲੋਂਗਸ, ਕਿੱਥੋਂ ਦਾ ਹੈ ਬੇਟਾ ਉਹ? ਸਵਿਟਜ਼ਰਲੈਂਡ। ਹੀ ਸੇਜ਼ ਦੈਟ ਹਿਜ਼ ਲਾਈਫ ਇਜ਼ ਸਟਿਲ ਇਨ ਡੇਂਜਰ ਕਿ ਉਹਦੀ ਜ਼ਿੰਦਗੀ ਖਤਰੇ ਵਿੱਚ ਹੈ। ਇਫ ਹੀ goes out he will be caught and killed. Rena allows him to stay in her room for some time. She mockingly hands him the revolver and asks him to protect himself against her. ਤਾਂ ਰੈਨਾ ਉਹਨੂੰ ਅਲਾਉ ਕਰ ਦਿੰਦੀ ਹੈ ਕਿਉਂਕਿ ਰੈਨਾ ਨੂੰ ਵੀ ਸਮਝ ਆ ਗਈ ਹੈ ਕਿ ਬਾਹਰ ਉਹਦੇ ਲਈ ਖਤਰਾ ਹੈ। ਤਾਂ ਉਹਨੂੰ ਮੌਕਿੰਗਲੀ ਮਤਲਬ ਹੱਸਦੇ ਹੋਏ ਉਹਨੂੰ ਰਿਵੋਲਵਰ ਉਹਦੀ ਦੇ ਦਿੰਦੀ ਹੈ, ਉਹਦੀ ਗਨ ਦੇ ਦਿੰਦੀ ਹੈ ਤਾਂ ਕਹਿੰਦੀ ਹੈ ਆਪਣੇ ਆਪ ਨੂੰ ਪ੍ਰੋਟੈਕਟ ਕਰ ਲੈ ਮੇਰੇ ਅਗੇਂਸਟ। ਠੀਕ ਹੈ। ਤਾਂ ਦਿਸ ਵਾਜ਼ ਅ ਫਨੀ ਸੀਨ। ਦ ਫਿਊਜੀਟਿਵ ਟੈਲਸ ਰੈਨਾ ਦੈਟ ਦੇਅਰ ਆਰ ਕਾਰਟ੍ਰਿਜਿਸ ਨੀਦਰ ਇਨ ਦ ਪੈਟਰੋਲ। ਤਾਂ ਹੁਣ ਫਿਊਜੀਟਿਵ ਦੱਸਦਾ ਕਿ ਇਸ ਪਿਸਟਲ ਦੇ ਵਿੱਚ ਤਾਂ ਕੋਈ ਗੋਲੀ ਹੈ ਹੀ ਨਹੀਂ ਹੈ। ਨੋਰ ਹੈਜ਼ ਹੀ ਐਨੀ ਇਨ ਹਿਜ਼ ਪੋਕਿਟ। ਕਹਿੰਦਾ ਨਾ ਹੀ ਮੇਰੀ ਪੋਕਿਟ ਦੇ ਵਿੱਚ ਹੈ, ਮੈਂ ਤਾਂ ਸਿਰਫ ਇੱਦਾਂ ਹੀ ਡਰਾ ਰਿਹਾ ਸੀ। ਤਾਂ ਅਗਲੀ ਚੀਜ਼ ਬਹੁਤ ਅਮੇਜ਼ਿੰਗ ਹੈ। He says that the cartridges are useless in war ਕਿ ਲੜਾਈ ਦੇ ਵਿੱਚ ਗੋਲੀ ਬਾਰੂਦ ਦਾ ਕੋਈ ਕੰਮ ਨਹੀਂ ਹੈ। So he keeps chocolates in place of cartridges in his pocket। ਤਾਂ ਉਹ ਕੀ ਰੱਖਦਾ ਆਪਣੀ ਜੇਬ ਦੇ ਵਿੱਚ? ਚੌਕਲੇਟਸ ਰੱਖਦਾ। Clear? He tells Rena that all experienced soldiers carry chocolates instead of cartridges। ਕਹਿੰਦੇ ਜੋ experienced soldiers ਹੈ ਉਹ ਕੀ ਰੱਖਦੇ ਹੈ? ਚੌਕਲੇਟਸ ਰੱਖਦੇ ਹੈ, ਆਪਣੇ ਕੋਲ ਗੋਲੀ ਨਹੀਂ ਰੱਖਦੇ। ਹੀ ਇਜ਼ ਫੀਲਿੰਗ ਔਫੁਲੀ ਹੰਗਰੀ। ਤਾਂ ਉਹਨੂੰ ਬਹੁਤ ਭੁੱਖ ਲੱਗੀ ਹੋਈ ਹੈ ਕਿਉਂਕਿ ਲੜਾਈ ਚੱਲ ਰਹੀ ਸੀ ਅਤੇ ਉਹਨੇ ਪਿਛਲੇ 2-3 ਦਿਨ ਤੋਂ ਨਾ ਹੀ ਉਹ ਸੁੱਤਾ ਹੈ ਅਤੇ ਨਾ ਹੀ ਉਹਨੇ ਕੁਛ ਖਾਧਾ ਹੈ। ਰੈਨਾ ਆਫਰਸ ਹਿਮ ਅ ਬਾਕਸ ਆਫ ਚੌਕਲੇਟਸ। ਦ ਫਿਊਜੀਟਿਵ ਈਟਸ ਆਲ ਦ sweets greedily and wants more but Rena has none to offer him now। ਤਾਂ ਰੈਨਾ ਉਹਨੂੰ ਕੀ ਆਫਰ ਕਰਦੀ ਹੈ ਬੱਚੇ? ਚੌਕਲੇਟਸ ਆਫਰ ਕਰਦੀ ਹੈ। ਤਾਂ ਫਿਊਜੀਟਿਵ ਉਹਨੂੰ ਗ੍ਰੀਡਲੀ ਮਤਲਬ ਭੁੱਖਿਆਂ ਵਾਂਗੂ ਖਾ ਜਾਂਦਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਭੁੱਖਾ ਹੈ, ਹੰਗਰੀ ਹੈ, ਵੇਅਰੀ ਹੈ, ਟਾਇਰਡ ਹੈ। ਹੀ ਇਜ਼ ਰੀਅਲੀ ਵੇਅਰੀ ਮਤਲਬ ਬਹੁਤ ਥੱਕਿਆ ਹੋਇਆ। ਹੀ ਇਜ਼ ਰੀਅਲੀ ਵੈਰੀ ਟਾਇਰਡ। his clothes are really torn and full of mud। ठीक है जी, means he is full of mud, full of blood, he is weary, he is tired। Next, Rena expresses her surprise at the fugitive's conduct and cowardice ਹੁੰਦੀ ਉਹਦੀ ਕਾਇਰਤਾ। The man replies that anyone who had been under fire for 3 days would behave like that। ਤਾਂ ਰੈਨਾ ਜਦੋਂ ਉਹਨੂੰ ਕਹਿੰਦੇ ਕਿ ਤੂੰ ਤਾਂ ਬਹੁਤ ਡਰਪੋਕ ਹੈ, ਤੂੰ ਤਾਂ ਬਹੁਤ ਗ੍ਰੇਡਲੀ ਮਤਲਬ ਤੈਨੂੰ ਭੁੱਖ ਨਹੀਂ ਲੱਗੀ ਹੋਈ, ਤੂੰ ਯੂ ਆਰ ਨਾਟ ਅ ਸੋਲਜਰ। ਤਾਂ ਜੋ ਫਿਊਜੀਟਿਵ ਦੱਸਦਾ ਕਿ ਜਿਹੜਾ ਪਰਸਨ 3 ਦਿਨ ਬੰਦੂਕਾਂ ਦੇ ਵਿੱਚ ਜਾਂ ਅੱਗ ਦੇ ਵਿੱਚ ਰਿਹਾ ਹੋਵੇ ਤਾਂ ਉਹਦਾ ਸੁਭਾਅ ਇੱਦਾਂ ਹੀ, ਉਹ ਇਸ ਤਰ੍ਹਾਂ ਹੀ ਬਿਹੇਵ ਕਰੇਗਾ। ਹੀ ਸੇਜ਼ ਦੈਟ ਹਿਜ਼ ਨਰਵਸ ਹੈਵ ਗੋਨ ਟੂ ਪੀਸਿਸ। ਕਹਿੰਦੇ ਮੇਰੇ ਮਤਲਬ ਜਦੋਂ ਬੰਦੂਕਾਂ ਚੱਲ ਰਹੀਆਂ ਸੀ, ਤੋਪਾਂ ਚੱਲ ਰਹੀਆਂ ਸੀ ਤਾਂ ਮੇਰੇ ਜਿਹੜੇ ਨਰਵਸ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ। ਨੈਕਸਟ, ਹੀ ਇਜ਼ ਸੋ ਸ਼ੈਟਰਡ ਦੈਟ ਈਵਨ ਅ ਲਿਟਲ ਸਕੋਲਡਿੰਗ ਕੁਡ ਮੇਕ ਹਿਮ ਵੀਪ। ਕਹਿੰਦਾ ਮੈਂ ਇੰਨਾ ਅੰਦਰੋਂ ਹਿਲ ਚੁੱਕਿਆ ਕਿ ਥੋੜ੍ਹੀ ਬਹੁਤ ਵੀ ਗੱਲ ਹੋਵੇ ਤਾਂ ਮੈਂ ਰੋ ਪਾਊਂਗਾ। ਰੈਨਾ ਇਜ਼ ਮੂਵਡ ਟੂ ਪਿਟੀ ਇਨ to hear all this. However, she says the Bulgarian soldiers are not cowards like him, but the fugitive he says that Bulgarian soldiers are not only cowards but also foolish as well।
ਤਾਂ ਬਲਗੇਰੀਅਨ ਸੋਲਜਰ ਸਿਰਫ ਕਾਇਰ ਹੀ ਨਹੀਂ ਹੈ, ਉਹ ਫੁਲਿਸ਼ ਵੀ ਹੈ। ਫੁਲਿਸ਼ ਮਤਲਬ ਉਹਨਾਂ ਨੂੰ ਪਾਗਲ ਕਹਿੰਦਾ ਹੈ। ਹੀ ਟਾਕਸ ਆਫ ਦ ਕੈਵਲਰੀ ਚਾਰਜ ਮੇਡ ਬਾय द ਬਲਗੇਰੀਅਨਸ। ਤਾਂ ਉਹ ਹੁਣ ਕਿਸ ਚੀਜ਼ ਬਾਰੇ ਦੱਸੇਗਾ? ਜੋ ਰੈਨਾ ਦੀ ਮਦਰ ਕੈਥਰੀਨ ਪੈਟਕੋਫ ਨੂੰ ਦੱਸ ਕੇ ਗਏ ਹੈ ਕਿ ਜੋ ਅਟੈਕ ਹੋਇਆ ਸੀ ਦੈਟ ਵਾਜ਼ ਮੇਡ ਬਾਏ ਸਰਜੀਅਸ, ਜੋ ਕਿ ਬਹੁਤ ਹੀ ਬਰੇਵਰੀ ਵਾਲਾ ਇੰਸੀਡੈਂਟ ਸੀ, ਅਟੈਕ ਸੀ। ਤਾਂ ਉਹਨੇ ਬਿਨਾਂ ਕਿਸੇ ਦੀ ਇੰਸਟਰਕਸ਼ਨਸ ਤੋਂ ਕੀਤਾ। ਬਟ ਨਾਓ ਦ ਸਟ੍ਰੇਂਜਰ ਵਿਲ ਟੈਲ ਕਿ ਉਹ ਅਟੈਕ ਇੱਕ ਫੁਲਿਸ਼ ਅਟੈਕ ਸੀ, ਅਨਪ੍ਰੋਫੈਸ਼ਨਲ ਅਟੈਕ ਸੀ, ਜਿਹੜਾ ਕਿ ਉਹਨੂੰ ਨਹੀਂ ਕਰਨਾ ਚਾਹੀਦਾ ਸੀ। ਯੈਸ, he talks of the cavalry charge made by the Bulgarians. Rena feels thrilled, तो बड़ी excited हो जाती है भी हाँ वो दसेगा, मेरे fiancé की praise करेगा। Clear? She expects that the fugitive would describe the heroism of Bulgarian commander. तो जो Bulgarian commander means Sergius, means Rena's fiancé की तारीफ करेगा। Sergius who had won the battle मतलब लड़ाई, but a fugitive says that it was only a mad act on the part of Bulgarian officer to lead a cavalry attack against the Serbian gunners। ਕਹਿੰਦਾ ਇੱਕ ਉਹਦਾ ਮੈਡ ਅਟੈਕ ਸੀ। ਕੀ ਸੀ? ਮੈਡ ਅਟੈਕ। ਤਾਂ ਇਸ ਅਟੈਕ ਨੂੰ ਇੱਕ ਕੰਪੇਅਰ ਕਰੇਗਾ ਡੌਨ ਕੁਐਕਸਟੋ ਦੇ ਨਾਲ। ਐਂਡ ਦੇਅਰ ਵਾਜ਼ ਡੌਨ ਕੁਐਕਸਟੋ ਫਲਰਿਸ਼ਿੰਗ ਲਾਈਕ ਅ ਡਰਮ ਮੇਜਰ, thinking he had done the cleverest thing ever known, whereas he ought to be court-martialed for it। ਕੋਰਟ ਮਾਰਸ਼ਲ ਹੁੰਦਾ ਹੈ ਬੇਟਾ ਜਦੋਂ ਆਰਮੀ ਦੇ ਵਿੱਚੋਂ ਨਿਕਾਲ ਦਿੱਤਾ ਜਾਂਦਾ ਹੈ। Of all the fools ever let loose on a field of battle, that man must be the very maddest। मतलब ਪਾਗਲ ਹੋਏਗਾ। He and his regiment simply committed suicide। ਕਹਿੰਦੇ ਉਹਨੇ ਰੈਜੀਮੈਂਟ ਨਹੀਂ, ਰੈਜੀਮੈਂਟ ਹੁੰਦੇ ਆਫਿਸਰਸ ਦੀ ਟੁਕੜੀ, ਠੀਕ ਹੈ, ਆਰਮੀ ਮੈਨ ਦੀ ਟੁਕੜੀ। ਕਮਿਟਡ ਸੁਸਾਈਡ मतलब ਮੌਤ ਦੇ ਮੂੰਹ ਵਿੱਚ ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਸੁੱਟਿਆ। ਓਨਲੀ ਦ ਪਿਸਟਲ ਮਿਸਡ ਫਾਇਰ ਦੈਟਸ ਆਲ। ਅਤੇ ਕਹਿੰਦੇ ਜੇ ਆਰਮੀ ਅੱਗੋਂ ਉਵੇਂ ਕਾਊਂਟਰ ਅਟੈਕ ਕਰ ਦਿੰਦੀ, ਠੀਕ ਹੈ, ਤਾਂ ਮਤਲਬ ਉਹਨਾਂ ਨੇ ਬਿਲਕੁਲ ਭੁੰਨੇ ਜਾਣਾ ਸੀ, ਬਿਲਕੁਲ ਮਾਰੇ ਜਾਣਾ ਸੀ। ਸੇਜ਼ ਦ ਫਿਊਜੀਟਿਵ ਦੱਸਦਾ ਹੈ। The next, according to him, that man deserved to be court-martialed for such an act of insanity। insanity मतलब पागलपन। कहते उन्हें पागलपन वाला अटैक किया है तो उन्होंने कोर्ट मार्शल कर देना चाहिए। Next, they could not open fire and had to run away। तो असी कहते फायर नहीं कर सके अगों, क्योंकि जे असी फायर करते तो सब ने मारे जाना सी, तो इस करके सानू भजना पिया। बट इफ दे हैड द राइट एम्यूनेशन, जे साडे कोल उन्नी अमाउंट दे विच हथियार हुंदा, द होल कैवलरी रेजिमेंट ऑफ द बल्गेरियंस वुड हैव बीन ब्लोन टू पीसिस। तो जे साडे कोल उन्ना हुंदा तो जे असी अटैक करदे तो जिहड़े बल्गेरियंस है वुड हैव बीन ब्लोन टू पीसिस, उन्होंने टोटे टोटे हो जाना सी। सो दिस वॉज द सीन जिहदे विच कि फ्यूजिटिव जो स्ट्रेंजर है उन्हें बहुत क्लीयर कर दिता कि वॉट वॉज द एक्चुअल सिचुएशन एग्जैक्टली जो है बैटल फील्ड दे विच स्लिवेंटेजा दे विच होया की। तो नैक्सट की है द रैना शोज़ द फ्यूजिटिव सर्जिस फोटोग्राफ एंड प्राउडली सेज दैट ही वॉज द मैन टू whom शी वॉज betrothed। तो वो बहुत प्राउडली कहती है कि ये वो परसन है जिसदे नाल मेरी अंगेजमेंट हुई हुई है। तो द सर्बियन फ्यूजिटिव मतलब जो सर्बिया का तो भज के आया सी, तो रैना दे विच उन्हें रैना दे रूम दे विच रुकिया थोड़ी देर लिए। एट वंस रिकोगनाइजेज सर्जिस एंड सेज दैट ही वॉज द मैन हू हैड एक्टेड मोस्ट फुलिशली इन द बैटल। तो वो दसदा है कि वही आदमी है जो जिसकी फोटो रैना उसनूं दिखा रही है, जिसने बहुत फुलिश एक्ट किया, बहुत पागलों वाला एक्ट किया लड़ाई दे विच। Hearing this, Rana gets angry। तो रैना इस गल ते गुस्सा आंदा है। She feels insulted and takes back the photograph। तो उन्होंने इंसल्ट फील होंदी तो उसको फोटोग्राफ वापस ले लैंदी है। The fugitive realizes that he has unintentionally hurt the young lady। He feels sorry for his words and says that he might be wrong। तो वो कहता है कि मैं अनइंटेंशनली मतलब ना चाहद्या होया भी बिना ਉਹਦੀ कोई इंटेंशन नहीं सी कि ਉਹਨੂੰ जो है दुखी करे, तो उन्हें गलत किया। तो आई एम सॉरी फॉर दैट। परहैप्स हिज
her fiance had got the wind somehow that the Serbs had no cartridges and so he had made the attack। तो कहती शायद ਉਹਨੂੰ ਐ ਸੀ ਕਿ ਸਰਬਸ ਦੇ ਕੋਲੋਂ ਸ਼ਾਇਦ ਉਹਨੂੰ ਕਿਤੋਂ ਇਨਫੋਰਮੇਸ਼ਨ ਮਿਲੀ ਕਿ ਸਰਬੀਅਨ ਸੋਲਜਰ ਕੋਲੋਂ ਕੋਈ ਵੀ ਜੋ ਹੈ ਐਮੂਨੀਸ਼ਨ ਨਹੀਂ ਹੈ ਤੇ ਸ਼ਾਇਦ ਤਾਂ ਕਰਕੇ ਉਹਨੇ ਅਟੈਕ ਕਰ ਦਿੱਤਾ। ਬਟ ਰੈਨਾ ਡਜ਼ਨਟ ਲਿਸਨ ਟੂ ਹਿਮ ਐਂਡ ਸੇਜ਼ ਦੈਟ ਸ਼ੀ ਸ਼ੁਡ हैंड हिम ओवर टू द बल्गेरियन सोल्जर। तो कहती है हुण मैं तेनों बल्गेरियन सोल्जर्स कोलों हैंड हिम मतलब उन्होंने पकड़ा देगी। एट दिस द फ्यूजिटिव फॉल्स ऑन द सोफा एंड होल्ड्स हिज हैड इन द डीपेस्ट डिजैक्शन मतलब उदासी। तो वो ये सुन के वो सोफे ते बैठ जाता है तो दुख नाल अपना सिर अपने हत्थों नाल फड़ लैंदा है। तो मतलब बहुत दुखी है कि हुण वो फिर फड़िया जाएगा तो मारिया जाएगा। रैना गेट softened towards him and forgives him। soften मतलब बहुत वो ਉਹਦਾ ਦਿਲ ਜਿਹੜਾ ਹੈਗਾ ਪਸੀਜ ਜਾਂਦਾ ਹੈ ਜੋ ਸੌਫਟ ਹੋ ਜਾਂਦਾ ਹੈ ਉਹਦੀ ਇਸ ਜੋ ਐਕਸ਼ਨ ਕਰਦਾ ਹੈ ਉਹ ਕਿ ਉਹ ਬਹੁਤ ਡਿਪਰੈਸਡ ਹੋ ਚੁੱਕਿਆ ਹੈ ਡਿਜੈਕਟਡ ਹੋ ਚੁੱਕਿਆ ਹੈ। however she says that if he stayed in her room all night it would mean disgrace for her। कहते जो पूरी रात मेरे रूम 'ਚ ਰਹੇਗਾ ਤਾਂ ਮਤਲਬ ਇਹ ਮੇਰੇ ਲਈ ਬਦਨਾਮੀ ਹੈ। Though the fugitive is awfully tired, fugitive बहुत थक्या होया है, he prepares to go down the water pipe। तो वो सोचता है कि जिस वाटर पाइप तो ऊपर चढ़ के आया सी वो भी नीचे चला जाएगा। बट जस्ट दैन अ टेरिबल फायरिंग इज़ हर्ड इन द स्ट्रीट। तो उस टाइम जो सोचता है कि वो नीचे चला जाएगा तो एक बहुत टेरिबल मतलब बहुत बुरी तरीके ना फायरिंग शुरू हो जाती है गली दे विच। एंड रैना ब्रिंग्स हिम बैक। तो रैना कहती नहीं वापस आओ नहीं जाना नीचे। शी अलाउज हिम टू स्पेंड दैट नाइट इन हर रूम। तो कहते कि तुसी मेरे कमरे विच ही रुक सकते हो। बट द फ्यूजिटिव आस्क्ड रैना टू इनफॉर्म हर मदर अबाउट हिज प्रेजेंस इन द रूम। तो पर जो फ्यूजिटिव है वो कह रहे हैं कि तुसी अपनी मदर को इनफॉर्म करो। ही सेज दैट ही वॉन्ट स्टे देयर फॉर द होल नाइट विदाउट द नॉलेज ऑफ हर मदर। तो अपनी मदर ਨੂੰ ਦੱਸੇ ਬਿਨਾ ਉੱਥੇ ਨਹੀਂ ਰੁਕੇਗਾ। ਸੋ ਰੈਨਾ ਗੋਜ਼ ਟੂ ਹਰ ਮਦਰ ਟੂ ਇਨਫੋਰਮ ਹਰ ਅਬਾਊਟ ਦਾ ਸੀਕ੍ਰੇਟ ਆਫ ਦ ਫਿਊਜੀਟਿਵ। ਤਾਂ ਰੈਨਾ ਨੀਚੇ ਜਾ ਕੇ ਆਪਣੀ ਮਦਰ ਨੂੰ ਇਨਫੋਰਮ ਕਰਨ ਜਾਂਦੀ ਹੈ। ਸੋ ਦਿਸ ਇਜ਼ ਦ ਸਟੈਂਜ਼ਾ ਜੋ ਅਸੀਂ ਉੱਪਰ ਪੜ੍ਹ ਕੇ ਆਏ ਬੇਟਾ ਡੋਨ ਕੋਐਕਸਟੋ। ਇਹ ਇੱਕ ਸਪੈਨਿਸ਼ ਜੋ ਹੈ ਪਲੇ ਹੈ ਸਪੈਨਿਸ਼ ਨੋਵਲ ਦੇ ਵਿੱਚ ਕੀ ਹੈ ਸਰਵੈਂਟਸ ਦਾ ਲਿਖਿਆ ਹੋਇਆ ਸਪੈਨਿਸ਼ ਨੋਵਲ ਹੈ ਡੌਨ ਕੁਐਕਸਟੋ ਜਿਹਦੇ ਵਿੱਚ ਉਹਦਾ ਹੀਰੋ ਵਿੰਡ ਮਿਲ ਦੇ ਪਰਾਂ ਦੇ ਨਾਲ ਹੀ ਲੜਾਈ ਕਰਦਾ ਰਹਿੰਦਾ ਹੈ ਯੂਜ਼ਲੈਸਲੀ ਠੀਕ ਹੈ ਫੁਲਿਸ਼ਲੀ ਮੈਡ ਐਕਟ ਹੈ। ਇਨ ਦਾ ਸੇਮ ਵੇ ਰੈਫਰ ਕੀਤਾ ਹੈ ਇਸ ਜੋ ਹੀਰੋ ਨੂੰ ਕੰਪੇਅਰ ਕੀਤਾ ਸੀ ਜੋ ਸਰਜੀਅਸ ਨੂੰ ਕੰਪੇਅਰ ਕੀਤਾ ਇਸ ਹੀਰੋ ਦੇ ਨਾਲ ਕਿ ਜਿਵੇਂ ਉਹ ਫੁਲਿਸ਼ ਐਕਟ ਕਰਦਾ ਹੈ ਇਨ ਦਾ ਸੇਮ ਵੇ ਸਰਜੀਅਸ ਦਾ ਜੋ ਐਕਟ ਆਫ ਅਟੈਕਿੰਗ ਸੀਗਾ to on the Serbian soldiers ਉਹ ਵੀ ਇੱਕ ਮੈਡ ਐਕਟ ਸੀ without a knowledge that what type of ammunition what sort of facilities the army has ਵੀ ਜੋ ਐਨੀਮੀ ਦੇ ਕੋਲੋਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਕਿ ਨਹੀਂ ਹੈਗੀਆਂ ਐਮੂਨੀਸ਼ਨ ਹੈ ਕਿ ਨਹੀਂ ਹੈ। ਉਹਨੇ ਫੋਲਿਸ਼ਲੀ ਮਤਲਬ ਇੱਕ ਬੜਾ ਅੱਛਾ ਵਰਡ ਲਿਖਿਆ ਕਿ ਲਾਈਕ ਪੀਜ਼ ਦੇ ਵਰ ਫਾਇਰਿੰਗ ਲਾਈਕ ਪੀਜ਼ ਮਤਲਬ ਉਹਨਾਂ ਨੇ ਜਿਵੇਂ ਮਟਰ ਦੇ ਦਾਣੇ ਨਹੀਂ ਸੁੱਟਦੇ ਐਵੇਂ ਸੁੱਟੇ ਉਹਨਾਂ ਨੇ ਫਾਇਰਿੰਗ ਕੀਤੀ ਤਾਂ ਯੂਜ਼ਲੈਸ ਜੋ ਇਹ ਫਾਇਰਿੰਗ ਸੀ ਬਿਨਾਂ ਕਿਸੇ ਇੰਸਟਰਕਸ਼ਨਸ ਤੋਂ ਸੀਗੀ ਤਾਂ ਮੈਡ ਐਕਟ ਸ਼ੋ ਕੀਤਾ। ਤਾਂ ਨੈਕਸਟ ਲਾਸਟ ਸਟੈਂਜ਼ਾ ਆਫ ਦਿਸ ਐਕਟ yes तो you can see from the photo बहुत self explanatory है फोटो कि रैना दी मदर ਉਹਦੇ रूम ਦੇ ਵਿੱਚ आ चुकी है ठीक है जी। तो ਉਹ जो दिस पर्सन इज़ द फ्यूजिटिव स्ट्रेंजर जो कि ਅਸੀਂ ਨੈਕਸਟ ਸੀਨ ਦੇ ਵਿੱਚ ਪੜਾਂਗੇ ਕੌਣ ਹੈ ਕੈਪਟਨ ਬਲੰਟਸ਼ਿਲੀ ਕਲੀਅਰ ਸਵਿਸ ਸੋਲਜਰ ਜੋ ਕਿ ਸਰਬੀਆ ਵੱਲੋਂ ਲੜ ਰਿਹਾ ਹੈ। ਤਾਂ ਰੈਨਾ ਦੀ ਮਦਰ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇਫ ਹੀ ਵਿਲ ਸਪੈਂਡ ਦ ਨਾਈਟ ਇਨ ਰੈਨਾਜ਼ ਰੂਮ ਤਾਂ ਇਹ ਬਹੁਤ ਗਲਤ ਹੋਏਗਾ। ਬਟ ਉਹ ਪਹਿਲਾਂ ਹੀ ਕੈਥਰੀਨ ਪੈਟਕੋਫ ਦੇ ਆਉਣ ਤੋਂ ਪਹਿਲਾਂ ਹੀ ਸੋਚ ਚੁੱਕਿਆ ਹੁੰਦਾ ਬਿਕੋਜ਼ ਹੀ ਇਜ਼ ਰੀਅਲੀ ਟਾਇਰਡ ਹੀ ਇਜ਼ ਰੀਅਲੀ ਵੇਅਰੀ ਤਾਂ ਬਹੁਤ ਭੁੱਖਾ ਵੀ ਹੈ ਟਾਇਰਡ ਵੀ ਹੈ ਤਾਂ ਪਰ ਉਹਨੂੰ ਨੀਂਦ ਆ ਜਾਂਦੀ ਹੈ ਸਲੀਪਲੈਸ ਨਾਈਟਸ ਮਤਲਬ ਬਿਨਾਂ ਸੁੱਤੇ ਉਹਨੇ ਕਈ ਰਾਤਾਂ ਗੁਜ਼ਾਰੀਆਂ। ਤਾਂ ਹੁਣ ਇਸ ਸੀਨ ਦੇ ਵਿੱਚ ਰੈਨਾ ਅਤੇ ਉਸਦੇ ਮਦਰ ਦੀ ਕਨਵਰਸੇਸ਼ਨ ਹੈ ਜੋ ਅਸੀਂ ਪੜ੍ਹਾਂਗੇ ਬਹੁਤ ਇੰਟਰਸਟਿੰਗ ਹੈ ਬੱਚੇ। ਐਜ਼ ਸ਼ੀ ਰਿਟਰਨਸ ਵਿਦ ਹਰ ਮਦਰ ਜਿਵੇਂ ਹੀ ਉਹ ਆਪਣੀ ਮਦਰ ਨਾਲ ਵਾਪਿਸ ਆਉਂਦੀ ਹੈ ਸ਼ੀ ਫਾਈਂਡਸ ਅ ਮੈਨ ਫਾਸਟ ਅਸਲੀਪ ਉਹ ਡੂੰਘੀ ਨੀਂਦ ਸੋਇਆ ਹੋਇਆ ਹੈ। ਕੈਥਰੀਨ ਸ਼ੇਕਸ ਹਿਮ ਤਾਂ ਕੈਥਰੀਨ ਉਹਨੂੰ ਹਿਲਾ ਰਹੀ ਹੈ ਸ਼ੇਕ ਕਰ ਰਹੀ ਹੈ ਉਠੋ ਵਾਇਲੈਂਟਲੀ ਮਤਲਬ ਬਹੁਤ
ਜ਼ੋਰ ਜ਼ੋਰ ਦੀ ਟੂ ਵੇਕ ਹਿਮ ਅਪ, ਉਹਨੂੰ ਉਠਾਉਣ ਦੇ ਲਈ। ਬਟ ਰੈਨਾ ਰਿਕੁਐਸਟ ਹਰ, ਤਾਂ ਰੈਨਾ ਉਹਨੂੰ ਰਿਕੁਐਸਟ ਕਰਦੀ ਹੈ ਲੈਟ ਦ ਪੂਰ ਡਾਰਲਿੰਗ ਸਲੀਪ, ਤੁਹਾਨੂੰ ਕੀ ਕਹਿੰਦੀ ਹੈ ਕਿ ਵਿਚਾਰੇ ਨੂੰ ਸੋ ਲੈਣ ਦਿਓ। ਤਾਂ ਦਿਸ ਇਜ਼ ਦ ਵਰਡਿੰਗ, these are the words ਜਿਹੜੇ ਕਿ ਰੈਨਾ ਦੀ ਮਦਰ ਨੂੰ ਬਹੁਤ ਅਫੈਕਟ ਕਰਦੇ ਆ, ਕੈਥਰੀਨ ਨੂੰ। ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਰੈਨਾ ਹੈਜ਼ ਸਮ ਸੌਫਟ ਕਾਰਨਰ ਫॉर द fugitive as these words indicate Rena's love for the fugitive। ਕੈਥਰੀਨ looks sternly ਮਤਲਬ ਬੜੀ strictly ਉਹਦੇ ਵੱਲ ਦੇਖਦੀ ਹੈ। however she allows Rena to let the fugitive spend night in her room and next morning she sends him, ਤਾਂ ਅਗਲੀ ਸੁਬਾਹ ਉਹਨੂੰ ਕਿਵੇਂ ਭੇਜ ਦਿੰਦੇ ਆ ਡਿਸਗਾਈਜ਼ਡ ਇਨ ਮੇਜਰ ਪੈਟਕੋਫਸ ਓਲਡ ਕੋਟ, ਮੇਜਰ ਪੈਟਕੋਫ ਦਾ ਪੁਰਾਣਾ ਕੋਟ ਪਾ ਕੇ ਉਹਨੂੰ ਡਿਸਗਾਈਜ਼ ਹੁੰਦਾ ਹੈ, ਭੇਸ ਬਦਲ ਕੇ ਉਹਨੂੰ ਭੇਜ ਦਿੰਦੇ ਆ। ਰੈਨਾ ਪੁੱਟਸ ਹਰ ਫੋਟੋਗ੍ਰਾਫ ਇਨ ਟੂ ਦ ਪੋਕਿਟ ਆਫ ਦਿਸ ਕੋਟ, ਰੈਨਾ ਆਪਣੀ ਫੋਟੋ ਉਸ ਕੋਟ ਦੇ ਜੇਬ 'ਚ ਪਾ ਦਿੰਦੀ ਹੈ, ਰਾਈਟਿੰਗ ਔਨ ਇਟਸ ਬੈਕ, ਅਤੇ ਉਹਦੇ ਬੈਗ ਦੇ ਉੱਪਰ ਕੀ ਲਿਖ ਦਿੰਦੀ ਹੈ ਫੋਟੋ ਦੇ ਬੈਗ ਦੇ ਉੱਪਰ ਰੈਨਾ ਟੂ ਹਰ ਚਾਕਲੇਟ ਕਰੀਮ ਸੋਲਜਰ ਆ ਸੋਵੀਨੀਅਰ। ਠੀਕ ਹੈ ਜੀ, ਤਾਂ ਕੀ ਲਿਖਦੀ ਹੈ ਰੈਨਾ, ਕਿ ਰੈਨਾ ਨੇ ਲਿਖਿਆ ਆਪਣਾ ਨਾਮ ਲਿਖ ਕੇ ਦਿੱਤਾ ਟੂ ਹਰ ਚਾਕਲੇਟ ਕਰੀਮ ਸੋਲਜਰ, ਤਾਂ ਉਹਨੇ ਉਸ ਪਰਸਨ ਨੂੰ ਕੀ ਨਾਮ ਦਿੱਤਾ ਚਾਕਲੇਟ ਕਰੀਮ ਸੋਲਜਰ ਆ ਸੋਵੀਨੀਅਰ, ਮਤਲਬ ਇੱਕ ਟੋਕਨ ਆਫ ਦ ਰਿਗਾਰਡ ਦਿੱਤਾ ਉਹਨੇ। ਕਲੀਅਰ। ਤਾਂ ਇਹ ਜੋ ਹੈ ਐਕਟ 1 ਸੀ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੇਨ ਸਾਡੇ ਹੀਰੋ ਅਤੇ ਹੀਰੋਇਨ ਰੈਨਾ ਐਂਡ ਸਾਡਾ ਹੀਰੋ ਜੋ ਹੈ ਕੈਪਟਨ ਬਲੰਟਸ਼ਿਲੀ, ਜਿਹਨੂੰ ਕਿ ਅਸੀਂ ਹਜੇ ਸਟ੍ਰੇਂਜਰ ਹੀ ਜਾਣਦੇ ਹਾਂ, ਫਿਊਜੀਟਿਵ ਦੇ ਨਾਂ ਨਾਲ ਹੀ ਜਾਣਦੇ ਹਾਂ। ਕਲੀਅਰ। ਉਹ ਮਿਲਦੇ ਹੈ ਐਂਡ ਦੇਅਰ ਇਜ਼ ਸਮ ਕਨੈਕਸ਼ਨ ਬਿਟਵੀਨ ਦੈਮ, ਉਹਨਾਂ ਦੇ ਵਿੱਚ ਕਨਵਰਸੇਸ਼ਨ ਹੁੰਦੀ ਹੈ। ਜੋ ਰੈਨਾ ਹੈ ਜੋ ਰੀਅਲੀ ਆਈਡੀਅਲਿਸਟਿਕ ਹੈ, ਅਤੇ ਜੋ ਕੈਪਟਨ ਬਲੰਟਸ਼ਿਲੀ ਜੋ ਸਾਡਾ ਹੀਰੋ ਹੈ ਉਹ ਰੀਅਲੀ ਰੀਅਲਿਸਟਿਕ ਹੈ। ਕਲੀਅਰ। ਅਤੇ ਦੋਨਾਂ ਦੀ ਜਿਹੜੀ ਵਿਚਾਰਧਾਰਾ ਬਹੁਤ ਡਿਫਰੈਂਟ ਹੈ, ਅਤੇ ਬਟ even though they fell in love with each other in this particular act। ਤਾਂ ਐਕਟ 2 ਅਸੀਂ ਨੈਕਸਟ ਪੜ੍ਹਾਂਗੇ, ਬਟ ਪਲੀਜ਼ ਟੈਲ ਮੀ ਇਨ ਦਾ ਕਮੈਂਟ ਬਾਕਸ ਕਿ ਇਸ ਤਰੀਕੇ ਨਾਲ ਤੁਹਾਨੂੰ ਸਮਝ ਆ ਰਿਹਾ ਹੈ, then I will teach you next। God bless you, thank you, please subscribe the channel, like, share and comment।